Hello everyone, my name is Himani. My class BSc Non-Medical. Today my topic is biological role of alkali and alkaline earth metals. Biological ਤੁਹਾਨੂੰ ਪਤਾ ਹੀ ਹੈ ਜਿਹਦੇ ਵਿੱਚ ਅਸੀਂ ਐਨੀਮਲਸ ਪਲਾਂਟਸ ਐਂਡ ਅਦਰ ਲਿਵਿੰਗ ਥਿੰਗਸ ਔਰ ਲਿਵਿੰਗ ਔਰਗੈਨਿਜ਼ਮ ਦੇ ਬਾਰੇ ਸਟੱਡੀ ਕਰਦੇ ਹਾਂ ਜਿਹਦੇ ਵਿੱਚ ਅਸੀਂ ਪਲਾਂਟਸ ਐਨੀਮਲਸ ਦੀ ਸਟੱਡੀ ਕਰਦੇ ਹਾਂ ਉਹਨੂੰ ਕਹਿੰਦੇ ਬਾਇਓਲੋਜੀਕਲ ਐਲਕਲੀ ਮੈਟਲਸ ਦੀ ਐਲੀਮੈਂਟਸ ਆਫ ਗਰੁੱਪ 1 ਲਾਈਕ lithium sodium potassium etc alkaline earth metals the elements of group 2 like beryllium magnesium calcium strontium etc ठीक है now sodium ion and potassium ion and magnesium ion calcium ion ਇਹ ਜਿਹੜੇ ਆਇਨਸ ਆ ਇਹਨਾਂ ਦਾ ਬਾਇਓਲੋਜੀਕਲ ਰੋਲ ਕੀ ਇਹਨਾਂ ਦਾ ਆਇਨਸ ਦਾ ਬਾਇਓਲੋਜੀਕਲ ਸਿਸਟਮ ਦੇ ਵਿੱਚ ਕੀ ਰੋਲ ਹੈ ਉਹਦੇ ਬਾਰੇ ਅਸੀਂ ਸਟੱਡੀ ਕਰਨੀ ਹੈ ਅੱਜ ਇਸ ਟੌਪਿਕ ਵਿੱਚ these ions have same chemical properties ਜਿਹੜੇ ਆਇਨ ਆ ਇਹਨਾਂ ਦੀ ਕੈਮੀਕਲ ਪ੍ਰੋਪਰਟੀ ਸੇਮ ਹੁੰਦੀਆਂ ਬਟ ਬਾਇਓਲੋਜੀਕਲ ਸਿਸਟਮ ਦੇ ਵਿੱਚ ਬਾਇਓਲੋਜੀਕਲ ਐਕਟੀਵਿਟੀਜ਼ ਦੇ ਵਿੱਚ ਇਹ ਡਿਸਟਰੀਬਿਊਸ਼ਨ ਹੁੰਦੀਆਂ ਇਹਨਾਂ ਦੀ ਡਿਫਰੈਂਟ ਡਿਸਟਰੀਬਿਊਸ਼ਨ ਹੁੰਦੀਆਂ ਠੀਕ ਹੈ ਦੀ ਮੋਸਟ ਇੰਪੋਰਟੈਂਟ ਫੀਚਰ ਇਜ਼ ਦੈਟ magnesium and potassium ion are present in higher concentration inside the cell than sodium and calcium ions. Sodium and potassium ions are present in higher concentration outside the cell than magnesium and calcium ion. ਇਹਦਾ ਕੀ ਮਤਲਬ ਹੈ ਜਿਹੜੇ ਸਾਡੇ ਕੋਲ ਮੈਗਨੀਸ਼ੀਅਮ ਤੇ ਕੈਲਸ਼ੀਅਮ ਆਇਨ ਹੈ ਉਹਨਾਂ ਦੀ ਹਾਈ ਕੰਸਨਟ੍ਰੇਸ਼ਨ ਹੁੰਦੀ ਹੈ ਇਨਸਾਈਡ ਦੀ ਸੈੱਲ ਅਤੇ ਸੋਡੀਅਮ ਅਤੇ ਪੋਟਾਸ਼ੀਅਮ ਦੀ ਇਨਸਾਈਡ ਦੀ ਸੈੱਲ ਲੋ ਕੰਸਨਟ੍ਰੇਸ਼ਨ ਹੁੰਦੀ ਆ ਅਤੇ ਬਾਹਰ ਇਹਨਾਂ ਦੇ ਉਲਟ ਹੁੰਦਾ ਜਿਹੜਾ ਸੈੱਲ ਦੇ ਬਾਹਰ ਫਲੂਇਡ ਹੁੰਦਾ ਆ ਉਹਦੇ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਆਇਨ ਦੀ ਹਾਈ ਕੰਸਨਟ੍ਰੇਸ਼ਨ ਹੁੰਦੀ ਆ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਆਇਨ ਦੀ ਲੋ ਕੰਸਨਟ੍ਰੇਸ਼ਨ ਹੁੰਦੀ ਆ ਠੀਕ ਹੈ ਸੋਡੀਅਮ ਐਂਡ ਪੋਟਾਸ਼ੀਅਮ ਆਇਨਸ ਪਲੇ ਵੈਰੀ ਸਿਗਨੀਫਿਕੈਂਟ ਰੋਲ ਇਨ ਟਰਾਂਸਪੋਰਟ ਦੇ ਵਿੱਚ ਜਿਹੜੇ ਸੋਡੀਅਮ ਅਤੇ ਪੋਟਾਸ਼ੀਅਮ ਆਇਨ ਆ ਇਹਨਾਂ ਦਾ ਸਿਗਨੀਫਿਕੈਂਟ ਬੜਾ ਮਹੱਤਵਪੂਰਨ ਰੋਲ ਆ ਠੀਕ ਹੈ ਵਿਚ ਇਜ਼ ਵੈਰੀ ਇੰਪੋਰਟੈਂਟ ਫੋਰ ਕਿਡਨੀਜ਼ ਇਹਨਾਂ ਦਾ ਜਿਹੜਾ ਟਰਾਂਸਪੋਰਟ ਹੁੰਦਾ ਉਹ ਕਿਡਨੀਜ਼ ਦੇ ਲਈ ਬੜਾ ਹੀ ਇੰਪੋਰਟੈਂਟ ਹੁੰਦਾ ਬੋਥ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਇਨਸ ਆਰ ਇਨਸੈਂਸ਼ੀਅਲ ਆਇਨਸ ਫੋਰ ਲਿਵਿੰਗ ਔਰਗੈਨਿਜ਼ਮਸ ਜਿਹੜੇ ਇਹ ਆਇਨ ਹੈ ਸੋਡੀਅਮ ਅਤੇ ਪੋਟਾਸ਼ੀਅਮ ਆਇਨ ਇਹ ਲਿਵਿੰਗ ਔਰਗੈਨਿਜ਼ਮ ਦੇ ਲਈ ਬਹੁਤ ਹੀ ਇਨਸੈਂਸ਼ੀਅਲ ਹੈ ਬਹੁਤ ਹੀ ਜ਼ਰੂਰੀ ਆ ਇੰਪੋਰਟੈਂਟ ਆ ਦੀ ਸੋਡੀਅਮ ਆਇਨਸ ਆਰ ਮੇਜਰ ਕੰਪੋਨੈਂਟ ਆਫ ਬਲੱਡ ਪਲਾਜ਼ਮਾ ਇਹ ਬਲੱਡ ਪਲਾਜ਼ਮਾ ਦਾ ਮੇਜਰ ਕੰਪੋਨੈਂਟ ਹੈ ਮੀਨਸ ਬਲੱਡ ਪਲਾਜ਼ਮਾ ਦੇ ਵਿੱਚ ਇਹਦੀ ਜਿਹੜੀ ਹਾਈ ਕੰਸਨਟ੍ਰੇਸ਼ਨ ਹੁੰਦੀ ਹੈ ਇਹ ਮੇਜਰ ਕੁਆਂਟਿਟੀ ਲਾਰਜ ਕੁਆਂਟਿਟੀ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਇੰਪੋਰਟੈਂਟ ਇਨ ਐਕਟੀਵੇਸ਼ਨ ਆਫ ਐਂਜ਼ਾਈਮ ਦੇ ਐਕਟੀਵੇਸ਼ਨ ਦੇ ਵਿੱਚ ਇੰਪੋਰਟੈਂਟ ਰੋਲ ਦਿੰਦਾ ਰਿਸਪੋਂਸੀਬਲ ਫੋਰ ਟਰਾਂਸਪੋਰਟ ਆਫ ਗਲੂਕੋਜ਼ ਐਂਡ ਅਮੀਨੋ ਐਸਿਡ ਥਰੂ ਮੈਂਬਰੇਨਸ ਠੀਕ ਹੈ ਜਿਹੜੇ ਗਲੂਕੋਜ਼ ਅਮੀਨੋ ਐਸਿਡ ਹੁੰਦੇ ਆ ਮੈਂਬਰੇਨਸ ਦੇ ਥਰੂ ਟਰਾਂਸਪੋਰਟ ਕਰਨ ਦੇ ਵਿੱਚ ਜਿਹੜਾ ਇਹ ਆਇਨ ਹੈ ਇਹ ਸਾਡੀ ਹੈਲਪ ਕਰਦਾ ਦੀ ਪੋਟਾਸ਼ੀਅਮ ਆਇਨਸ ਗਲੂਕੋਜ਼ ਮੈਟਾਬੋਲਿਜ਼ਮ proteins synthesis activation of some enzymes in animal cells have high concentration of potassium and low concentration of sodium ion inside the cell and vice versa ਇਹਦਾ ਕੀ ਮਤਲਬ ਹੈ ਜਿਹੜਾ ਪੋਟਾਸ਼ੀਅਮ ਆਇਨ ਹੁੰਦਾ ਆ ਉਹਦੀ ਇਨਸਾਈਡ ਦੀ ਸੈੱਲ ਹਾਈ ਕੰਸਨਟ੍ਰੇਸ਼ਨ ਹੁੰਦੀ ਆ ਸੋਡੀਅਮ ਆਇਨ ਦੀ ਇਨਸਾਈਡ ਦੀ ਸੈੱਲ ਲੋ ਕੰਸਨਟ੍ਰੇਸ਼ਨ ਹੁੰਦੀ ਹੈ ਅਤੇ ਆਊਟਸਾਈਡ ਦੀ ਸੈੱਲ ਸੋਡੀਅਮ ਆਇਨ ਦੀ ਹਾਈ ਕੰਸਨਟ੍ਰੇਸ਼ਨ ਹੁੰਦੀ ਹੈ ਅਤੇ ਪੋਟਾਸ਼ੀਅਮ ਆਇਨ ਦੀ ਲੋ ਕੰਸਨਟ੍ਰੇਸ਼ਨ ਹੁੰਦੀ ਹੈ ਆਊਟਸਾਈਡ ਦੀ ਸੈੱਲ ਠੀਕ ਹੈ ਦੀ ਡਿਫਰੈਂਸ ਬਿਟਵੀਨ ਕੰਸਨਟ੍ਰੇਸ਼ਨ ਕੋਲਡ ਗ੍ਰੇਡੀਅੰਟ ਕੰਸਨਟ੍ਰੇਸ਼ਨ ਦੇਖੋ ਹੁਣ ਜਿੱਦਾਂ ਸੋਡੀਅਮ ਆਇਨ ਦੀ ਹਾਈ ਕੰਸਨਟ੍ਰੇਸ਼ਨ ਅੰਦਰ ਹੈ ਅਤੇ ਬਾਹਰ ਹੈਗੀ ਇਹਦੀ ਲੋ ਉੱਦਾਂ ਹੀ ਸੋਡੀਅਮ ਆਇਨ ਦੀ ਅੰਦਰ ਕੰਸਨਟ੍ਰੇਸ਼ਨ ਲੋ ਹੈ ਬਾਹਰ ਹੈਗੀ ਜ਼ਿਆਦਾ ਮੀਨਸ ਅੰਦਰ ਘੱਟ ਹੈ ਬਾਹਰ ਜ਼ਿਆਦਾ ਆ ਅੰਦਰ ਜ਼ਿਆਦਾ ਆ ਬਾਹਰ ਘੱਟ ਹੈ ਮੀਨਸ ਇਹਨਾਂ ਦੀ ਜਿਹੜੀ ਕੰਸਨਟ੍ਰੇਸ਼ਨ ਉਹਦੇ ਵਿੱਚ ਡਿਫਰੈਂਸ ਨਾ ਸੇਮ ਥੋੜ੍ਹੀ ਹੈ ਜਾਂ ਅੰਦਰ ਬਾਹਰ ਸੇਮ ਨਹੀਂ ਨਾ ਹੈਗੀ ਅੰਦਰ ਅਤੇ ਬਾਹਰ ਡਿਫਰੈਂਟ ਹੈ ਅਤੇ ਜਿਹੜੀ ਉਹ ਕੰਸਨਟ੍ਰੇਸ਼ਨ ਦੇ ਵਿੱਚ ਡਿਫਰੈਂਸ ਹੈ ਉਹਨੂੰ ਕਹਿੰਦੇ ਅਸੀਂ ਗ੍ਰੇਡੀਐਂਟ ਕੰਸਨਟ੍ਰੇਸ਼ਨ ਠੀਕ ਹੈ ਜਿਹੜਾ ਇਹਨਾਂ ਦਾ ਡਿਫਰੈਂਸ ਹੈ ਕੰਸਨਟ੍ਰੇਸ਼ਨ ਦੇ ਵਿੱਚ ਉਹਨੂੰ ਬੈਲੈਂਸ ਕਰਨ ਲਈ ਜਿਹੜੇ ਇਹ ਆਇਨਸ ਹੈ ਨਾ ਇਹ ਟਰਾਂਸਪੋਰਟ ਹੁੰਦੇ ਆ ਅਕਰੋਸ ਦੀ ਸੈੱਲ to balance that transport of ions occurs across the cell ठीक है the transport of sodium ion into the cell is favorable ਜਿਹੜੇ ਇਹਨੂੰ ਬੈਲੈਂਸ ਕਰਨ ਲਈ ਜਿਹੜੇ ਆਇਨਸ ਹੁੰਦੇ ਆ ਉਹ ਟਰਾਂਸਪੋਰਟ ਕਰਦੇ ਆ ਅਕਰੋਸ ਦੀ ਸੈੱਲ ਅਤੇ ਜਿਹਦੇ ਵਿੱਚ ਜਿਹੜਾ ਸੋਡੀਅਮ ਆਇਨ ਹੈ ਉਹ ਫੇਵਰੇਬਲ ਹੁੰਦਾ
ਫੇਵਰੇਬਲ ਮਤਲਬ ਜਿਹੜਾ ਸੋਡੀਅਮ ਆਇਨ ਹੈ ਉਹ ਕੰਸਨਟ੍ਰੇਸ਼ਨ ਨੂੰ ਸੇਮ ਰੱਖਣ ਦੇ ਲਈ ਕੋਸ਼ਿਸ਼ ਕਰਦਾ, ਹੈਲਪ ਕਰਦਾ, ਠੀਕ ਹੈ। ਦੇਅਰਫੋਰ ਸੋਡੀਅਮ ਆਇਨ ਐਂਟਰਿੰਗ ਦੀ ਸੈੱਲ, ਜਿਹੜਾ ਸੋਡੀਅਮ ਆਇਨ ਹੈ ਉਹ ਸੈੱਲ ਦੇ ਜਿਹੜਾ ਅੰਦਰ ਹੈ, ਕਿਉਂਕਿ ਉਹਦੀ ਸੈੱਲ ਦੇ ਬਾਹਰ ਤਾਂ ਕੰਸਨਟ੍ਰੇਸ਼ਨ ਹਾਈ ਹੁੰਦੀ ਹੈ, ਅੰਦਰ ਲੋ ਹੁੰਦੀ ਹੈ, ਜਿਹਦੇ ਨਾਲ ਉਹ ਕੀ ਹੁੰਦਾ, ਇਹ ਸੋਡੀਅਮ ਆਇਨ ਜਿਹੜਾ ਉਹ ਸੈੱਲ ਦੇ ਅੰਦਰ ਐਂਟਰ ਕਰਦਾ ਅਤੇ ਨਾਲ ਹੀ ਉਹਨੂੰ ਪੰਪ ਆਊਟ ਅਗੇਨ, ਨਾਲ ਹੀ ਉਹਨੂੰ ਪੰਪ ਲੱਗਦਾ, ਅੰਦਰੋਂ ਸੈੱਲ ਦੇ ਧੱਕਾ ਲੱਗਦਾ ਅਤੇ ਉਹ ਬਾਹਰ ਨੂੰ ਆ ਜਾਂਦਾ, ਕਾਹਦੇ ਲਈ, ਕੰਸਨਟ੍ਰੇਸ਼ਨ ਨੂੰ ਮੇਨਟੇਨ ਕਰਨ ਲਈ, ਠੀਕ ਹੈ। ਦੇਅਰਫੋਰ ਸੋਡੀਅਮ ਆਇਨ ਐਂਟਰਿੰਗ ਦੀ ਸੈੱਲ must be pump out again from the cell to maintain the gradient concentration of sodium ion and potassium ion inside and outside the cell, ठीक है। वो पंप आउट हो जाता सोडियम ते पोटाशियम आयन की कंसनट्रेशन नू बैलेंस करन लई इनसाइड ते आउटसाइड। दी मैकेनिज़म फॉर दिस प्रोसैस इज़ नाउन एज सोडियम पंप, ठीक है। जिहड़ा सोडियम आयन का यह मैकेनिज़म आ किद्दां सैल दे विच एंटर करदा, किद्दां बाहर आ जांदा, किद्दां पंप हो के बाहर आ जांदा, इस सारे प्रोसैस का मैकेनिज़म आ उहनूं कहंदे आ सोडियम पंप, इहदे मैकेनिज़म नूं कहंदे सोडियम पंप, ठीक है। ਹੁਣ ਦੇਖੋ ਜਿਹੜੇ ਆਇਨਸ ਹੈ ਉਹ ਸੈੱਲ ਦੇ ਅੰਦਰ ਬਾਹਰ ਟਰਾਂਸਪੋਰਟ ਤਾਂ ਕਰਦੇ ਆ, ਹੁਣ ਉਹ ਆਪਣੇ ਆਪ ਤਾਂ ਟਰਾਂਸਪੋਰਟ ਕਰ ਨਹੀਂ ਸਕਦੇ, ਹੁਣ ਉਹਨਾਂ ਨੂੰ ਟਰਾਂਸਪੋਰਟ ਕਰਨ ਲਈ ਕੁਛ ਐਨਰਜੀ ਚਾਹੀਦੀ ਹੈ, ਠੀਕ ਹੈ। ਜਿਹੜੀ ਉਹ ਐਨਰਜੀ ਹੈ ਉਹਨਾਂ ਨੂੰ ਜਦੋਂ ਜਿਹੜਾ ATP ਮੋਲੀਕਿਊਲ ਆ ਉਹਦੀ ਚਲੋ ਹਾਈਡਰੋਲਿਸਿਸ ਹੁੰਦੀ ਹੈ, ਉਹਨਾਂ ਤੋਂ ਉਹਨੂੰ ਐਨਰਜੀ ਮਿਲਦੀ ਆਇਨਸ ਨੂੰ, ਅਤੇ ਜਿਹਦੇ ਨਾਲ ਉਹ ਐਨਰਜੀ ਜਿਹੜੀ ਟਰਾਂਸਪੋਰਟ ਕਰਦੇ ਸੈੱਲ ਦੇ ਅੰਦਰ ਬਾਹਰ, ਠੀਕ ਹੈ। The energy for the transport of these ions is provided by hydrolysis of energy rich molecule ATP, ठीक है। Kidney and brain cells use 70% energy from ATP for this transport, ਜਿਹੜਾ ਇਹ ਟਰਾਂਸਪੋਰਟ ਹੁੰਦਾ ਆ ਆਇਨਸ ਦਾ, ਇਹਨਾਂ ਦੇ ਆਇਨਸ ਦਾ, ਠੀਕ ਹੈ। ਜਿਹੜੇ ਕਿਡਨੀ ਅਤੇ ਬ੍ਰੇਨ ਸੈੱਲ ਆ ਇਹ 70% ਯੂਜ਼ ਕਰਦੇ ਆ ਇਸ ਜਿਹੜਾ ਇਹ ਟਰਾਂਸਪੋਰਟ ਦੇ ਲਈ ATP ਮੋਲੀਕਿਊਲ ਦੇ ਕੋਲੋਂ ਐਨਰਜੀ 70% ਇਹ ਯੂਜ਼ ਕਰਦੇ ਆ, ਠੀਕ ਹੈ। ਈਚ ATP ਮੋਲੀਕਿਊਲ ਔਨ ਹਾਈਡਰੋਲਿਸਿਸ ਟੂ ADP ਟਰਾਂਸਪੋਰਟ 3 sodium ion out of the cell and 2 potassium ion into the cell, ਠੀਕ ਹੈ। ਜਦੋਂ ADP ਦੀ ਹਾਈਡਰੋਲਿਸਿਸ ਹੁੰਦੀ ਆ ਤਾਂ ਉਦੋਂ ਜਿਹੜੇ ਸੋਡੀਅਮ ਤੇ 3 ਸੋਡੀਅਮ ਆਇਨ ਹੈ ਉਹ ਸੈੱਲ ਦੇ ਬਾਹਰ ਆ ਜਾਂਦੇ ਐਨਰਜੀ ਲੈ ਕੇ, ਅਤੇ ਜਿਹੜੇ 2 ਪੋਟਾਸ਼ੀਅਮ ਆਇਨ ਹੈ ਉਹ ਐਨਰਜੀ ਲੈ ਕੇ ਸੈੱਲ ਦੇ ਅੰਦਰ ਚਲੇ ਜਾਂਦੇ। ਜਿੱਦਾਂ ਦੇਖੋ ਇੱਥੇ ਰਿਐਕਸ਼ਨ ਦੇ ਵਿੱਚ 3 ਸੋਡੀਅਮ ਆਇਨ ਇਨਸਾਈਡ ਆ ਅਤੇ 2 ਪੋਟਾਸ਼ੀਅਮ ਆਇਨ ਆਊਟਸਾਈਡ ਆ, ਠੀਕ ਹੈ। ਜਦੋਂ ਹਾਈਡਰੋਲਿਸਿਸ ਹੁੰਦੀ ਆ ਤਾਂ ਜਿਹੜੇ 2 ਪੋਟਾਸ਼ੀਅਮ ਆਇਨ ਆ ਉਹ ਇਨਸਾਈਡ ਐਨਰਜੀ ਲੈ ਕੇ ਸੈੱਲ ਦੇ ਅੰਦਰ ਚਲੇ ਜਾਂਦੇ ਆ, ਤਾਂ ਜਿਹੜੇ 3 ਸੋਡੀਅਮ ਆਇਨਸ ਹੈ ਉਹ ਐਨਰਜੀ ਲੈ ਕੇ ਸੈੱਲ ਦੇ ਬਾਹਰ ਆ ਜਾਂਦੇ ਆ। ਹੁਣ ਇੱਥੇ ਦੇਖੋ ਆ ਜਿਹੜੇ 2 ਆਇਨਸ ਆ, 2 ਆਇਨਸ ਹੈ ਇਹ ਅੰਦਰ ਗਏ ਆ, ਠੀਕ ਹੈ, ਅਤੇ ਜਿਹੜੇ 3 ਆਇਨਸ ਹੈ ਉਹ ਬਾਹਰ ਆਏ ਆ, ਮਤਲਬ ਕਿ ਦੇਖੋ 2 ਅੰਦਰ ਗਏ ਆ, 3 ਬਾਹਰ ਆਏ ਆ, ਤਾਂ ਇਹਦਾ ਮਤਲਬ ਜਿਹੜਾ ਇੱਕ ਐਕਸਟਰਾ ਆ ਉਹ ਬਾਹਰ ਨੂੰ ਆਇਆ, ਇੱਕ ਐਕਸਟਰਾ ਆਇਨ ਹੈ ਜਿਹੜਾ ਉਹ ਬਾਹਰ ਆਇਆ, ਤਾਂ ਇਹਦਾ ਮਤਲਬ ਕਿ ਜਦੋਂ ਹਰੇਕ ਰਿਐਕਸ਼ਨ ਹੋਊਗੀ ਹਰ ਸੈੱਲ ਦੇ ਵਿੱਚ ਹਰ ਵਾਰੀ ਜਦੋਂ ਇਹ ਰਿਐਕਸ਼ਨ ਹੋਊਗੀ ਤਾਂ ਹਰ ਵਾਰੀ ਜਿਹੜਾ ਇੱਕ ਪੋਜ਼ੀਟਿਵ ਆਇਨ ਹੈ ਉਹ ਬਾਹਰ ਆਊਗਾ, ਮਤਲਬ ਕਿ ਪਰ ਸਾਈਕਲ 1 ਪੋਜ਼ੀਟਿਵ ਚਾਰਜ ਮੂਵ ਆਊਟਵਰਡ, ਠੀਕ ਹੈ। ਇੱਕ ਜਿਹੜਾ ਜਿਹੜਾ ਇੱਕ ਪੋਜ਼ੀਟਿਵ ਆਇਨ ਹੈ ਉਹ ਬਾਹਰ ਆਊਗਾ, ਜਿਹਦੇ ਨਾਲ ਅਸੀਂ ਕੀ ਕਹਿ ਸਕਦੇ ਕਿ ਇਹ ਜਿਹੜਾ ਸੋਡੀਅਮ ਪ੍ਰੋਸੈਸ ਹੈ ਇਹ ਜਿਹੜਾ ਹੁੰਦਾ ਆ ਟਰਾਂਸਪੋਰਟ ਦਾ, ਇਹ ਕੀ ਹੈ, ਇਲੈਕਟ੍ਰੋਜੈਨਿਕ ਇਨ ਨੇਚਰ। ਦੀ ਨੈਟ ਰਿਜ਼ਲਟ ਇਜ਼ ਦੈਟ 1 ਪੋਜ਼ੀਟਿਵ ਚਾਰਜ ਮੂਵਸ ਆਊਟਵਰਡ ਪਰ ਸਾਈਕਲ, ਠੀਕ ਹੈ, ਐਂਡ ਦਿਸ ਮੇਕਸ ਸੋਡੀਅਮ ਪੰਪ ਇਲੈਕਟ੍ਰੋਜੈਨਿਕ ਇਨ ਨੇਚਰ, ਠੀਕ ਹੈ। ਜਿਹੜਾ 1 ਪੋਜ਼ੀਟਿਵ ਚਾਰਜ ਹੈ ਉਹ ਹਰ ਸਾਈਕਲ ਦੇ ਦੌਰਾਨ ਬਾਹਰ ਆ ਜਾਂਦਾ ਪੋਜ਼ੀਟਿਵ ਆਇਨ, ਜਿਹਦੇ ਨਾਲ ਆਪਾਂ ਕਹਿ ਸਕਦੇ ਕਿ ਜਿਹੜਾ ਇਹ ਸੋਡੀਅਮ ਪੰਪ ਦਾ ਪ੍ਰੋਸੈਸ ਹੈ, ਸੋਡੀਅਮ ਪੰਪ ਨੂੰ ਇਹ ਇਲੈਕਟ੍ਰੋਜੈਨਿਕ ਇਨ ਨੇਚਰ ਬਣਾਉਂਦੇ, ਠੀਕ ਹੈ, ਇਲੈਕਟ੍ਰੋਜੈਨਿਕ ਹੁੰਦਾ ਨੇਚਰ।